Hello, dear students. Hope you all are doing well. I am Shikha Arora, lecturer in English at Government Senior Secondary Smart School, Sekha, Barnala. I was thinking to delay the making of new video for a while, but my students requested me not to do so. So I am here with another topic, that is change of voice. After the completion of this topic, that is change of voice, you will be able to explain and use the sentences in active and passive forms. You will be able to transform sentences from active to passive and vice versa. Now, as I always say, before starting a topic or before doing anything, we must be knowing that what the topic is. So here again, we are going to learn what the topic is. So what is change of voice? The voice of a verb tells whether the subject of sentence performs or receives the action. ਸੈਂਟੈਂਸ ਤੋਂ ਇਹ ਪਤਾ ਚੱਲਦਾ ਹੈ ਜਦੋਂ ਆਪਾਂ ਵੌਇਸ ਚੇਂਜ ਕਰਦੇ ਹਾਂ ਕਿ ਜਿਹੜਾ ਕੰਮ ਕਰਨ ਵਾਲਾ ਹੈ ਉਹ ਕੰਮ ਕਰ ਰਿਹਾ ਹੈ ਜਾਂ ਉਸ ਤੇ ਕੰਮ ਹੋ ਰਿਹਾ ਹੈ। ਸਬਜੈਕਟ ਕੰਮ ਕਰਨ ਵਾਲਾ, ਆਬਜੈਕਟ ਜਿਸ ਤੇ ਕੰਮ ਹੁੰਦਾ ਹੈ, ਤਾਂ ਇਥੋਂ ਪਤਾ ਚੱਲਦਾ ਹੈ ਕਿ ਕੰਮ ਜਿਹੜਾ ਕਰਤਾਵ ਹੈ, ਜਿਹੜਾ ਸਬਜੈਕਟ ਹੈ, ਜੇ ਉਹ ਕੰਮ ਕਰ ਰਿਹਾ ਹੈ, this means this is active voice। ਜੇ ਉਹਦੇ ਤੇ ਕੰਮ ਹੋ ਰਿਹਾ ਹੈ ਤਾਂ this means this is passive voice। ਮੈਂ ਤੁਹਾਨੂੰ ਇੱਕ ਸਿੰਪਲ ਜੀ ਲਾਈਨ ਦੇ ਵਿੱਚ ਇਹ ਪਹਿਲਾਂ ਕਨਸੈਪਟ ਸਮਝਾਉਣਾ ਚਾਹੂੰਗੀ। ਮੈਂ ਰੋਟੀ ਖਾਧੀ, ਮੈਂ ਕੰਮ ਕਰ ਰਹੀ ਹਾਂ ਰੋਟੀ ਖਾਣ ਦਾ, ਤਾਂ ਇਹ ਐਕਟਿਵ ਵੌਇਸ ਹੈ। ਜੇ ਮੈਂ ਕਹਿੰਦੀ ਹਾਂ ਕਿ ਰੋਟੀ ਮੇਰੇ ਦੁਆਰਾ ਖਾਧੀ ਗਈ, ਆਪਾਂ ਇੰਪੋਰਟੈਂਸ ਦਿੱਤੀ ਰੋਟੀ ਨੂੰ, ਠੀਕ ਹੈ, ਤਾਂ ਉਹ ਮੇਰੇ ਦੁਆਰਾ ਖਾਧੀ ਗਈ, ਕੰਮ ਕਰਨ ਵਾਲੇ ਨੂੰ ਉਨੀ ਇੰਪੋਰਟੈਂਸ ਦਿੱਤੀ ਕਿ ਆਪਾਂ ਰੋਟੀ ਨੂੰ ਪਹਿਲਾਂ ਲੈ ਕੇ ਆਏ, ਤਾਂ ਉਹ ਪੈਸਿਵ ਵੌਇਸ ਹੈ। ਸੋ ਇਹ ਮੇਰਾ ਸਮਝਾਉਣ ਦਾ, ਪੰਜਾਬੀ ਦੇ ਵਿੱਚ ਸਮਝਾਉਣ ਦਾ ਮੇਨ ਮੋਟਿਵ ਇਹ ਹੈ ਕਿ ਤੁਹਾਨੂੰ ਜਦੋਂ ਅਸੀਂ ਟੌਪਿਕ ਇਹ ਸ਼ੁਰੂ ਕਰੇ ਤਾਂ ਟੌਪਿਕ ਤੇ ਸਟਾਰਟਿੰਗ 'ਚ ਹੀ ਪਤਾ ਚੱਲ ਜਾਵੇ ਕਿ ਤੁਸੀਂ ਪੜ੍ਹਨ ਕੀ ਜਾ ਰਹੇ ਹੋ। ਤਾਂ ਐਕਟਿਵ ਵੌਇਸ ਐਂਡ ਪੈਸਿਵ ਵੌਇਸ ਦਾ ਡਿਫਰੈਂਸ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਸਿੰਪਲ ਲੈਂਗੁਏਜ ਦੇ ਵਿੱਚ ਸਮਝਾ ਦਿੱਤਾ। When a verb represents a person or a thing as doing something, it is said to be in active voice. In most English sentences with an action verb, the subject performs the action denoted by the verb. So, when we express an idea giving importance to the doer, ਕੰਮ ਕਰਨ ਵਾਲੇ ਨੂੰ ਇੰਪੋਰਟੈਂਸ ਦੇਵਾਂਗੇ ਤਾਂ ਸੈਂਟੈਂਸ ਐਕਟਿਵ ਹੈ। ਓਕੇ, ਜਿਸ ਤਰ੍ਹਾਂ ਜਿਹੜਾ ਐਕਟਿਵ ਵੌਇਸ ਹੁੰਦਾ ਵੈ ਉਹਦੀ ਫਾਰਮੇਸ਼ਨ ਕੀ ਹੁੰਦੀ ਹੈ, ਉਹਦੀ ਸਟਰਕਚਰ ਕੀ ਹੁੰਦੀ ਹੈ। ਪਹਿਲਾਂ ਆਉਂਦਾ ਕੰਮ ਕਰਨ ਵਾਲਾ ਸਬਜੈਕਟ, ਫਿਰ ਆਉਂਦਾ ਵਰਬ, ਫਿਰ ਆਉਂਦਾ ਆਬਜੈਕਟ ਜਿੱਥੇ ਕੰਮ ਹੋ ਰਿਹਾ। ਫॉर एग्जांपल, I सब्जेक्ट है, काम करने वाला, मैं I सब्जेक्ट, do verb, the work, काम कर रहे हैं, ठीक है, मैं काम करता हाँ, I do the work, this is active form। It means that the doer of the action is active। ਜਿਹੜਾ ਕੰਮ ਦਾ ਕਰਨ ਵਾਲਾ ਹੈ ਉਹ ਐਕਟਿਵ ਹੈ, ਤਾਂ ਇਹ ਤੁਹਾਡਾ ਐਕਟਿਵ ਵੌਇਸ ਹੋ ਗਿਆ। ਹੋਰ ਐਗਜ਼ਾਮਪਲਸ ਆਪਾਂ ਲੈ ਰਹੇ ਹਾਂ ਕਲੀਅਰ ਕਰਨ ਵਾਸਤੇ। ਹੈਰੀ ਵਨ ਦਾ ਪ੍ਰਾਈਜ਼, ਹੈਰੀ ਨੇ ਇਨਾਮ ਜਿੱਤਿਆ। ਹੈਰੀ ਸਬਜੈਕਟ, ਵਨ ਵਰਬ, ਦ ਪ੍ਰਾਈਜ਼ ਇਹ ਤੁਹਾਡਾ ਜਿਹੜਾ ਆ ਗਿਆ ਆਬਜੈਕਟ ਆ ਗਿਆ। ਸੋਨਮ ਸੈਂਗ ਆ ਸੌਂਗ, ਸੋਨਮ ਨੇ ਗਾਣਾ ਗਾਇਆ। ਸੋਨਮ ਸਬਜੈਕਟ, ਸੈਂਗ ਵਰਬ, ਸੌਂਗ ਆਬਜੈਕਟ। ਤਾਂ ਇਹ ਆਪਣਾ ਜਿਹੜੀ ਸਟਰਕਚਰ ਸੀਗੀ ਐਕਟਿਵ ਵੌਇਸ ਦੀ। ਸਿੱਧੀ ਜੀ ਗੱਲ ਇਹ ਹੈ ਕਿ ਜਦੋਂ ਕੰਮ ਕਰਨ ਵਾਲਾ ਸੈਂਟੈਂਸ ਦੇ ਸਟਾਰਟਿੰਗ ਦੇ ਵਿੱਚ ਹੀ ਆਉਂਦਾ ਹੈ, ਜਦੋਂ ਉਹ ਕੰਮ ਕਰਦਾ ਦਿਖਾਇਆ ਜਾ ਰਿਹਾ ਹੈ, ਤਾਂ ਇਹ ਐਕਟਿਵ ਫਾਰਮ ਹੋ ਜਾਂਦੀ ਹੈ। ਹੁਣ ਪੈਸਿਵ ਫਾਰਮ ਤੇ ਐਕਟਿਵ ਫਾਰਮ 'ਚ ਕੀ ਫਰਕ ਹੈ ਆਪਾਂ ਸਮਝਣ ਜਾ ਰਹੇ ਹਾਂ। ਸਟਰਕਚਰ ਆਫ ਪੈਸਿਵ ਫਾਰਮ ਕੀ ਹੋਏਗੀ, ਆਬਜੈਕਟ ਪਹਿਲਾਂ ਆ ਜਾਣਾ, फिर बी वर्ब आना है, बी वर्ब, then verb as past participle,
ਪਾਸਟ ਪਾਰਟਿਸਿਪਲ ਦਾ ਮਤਲਬ ਇੱਥੇ ਕਿ ਵਰਬ ਦੀ ਥਰਡ ਫਾਰਮ ਹੀ ਆਣੀ ਹੈ। ਜਦੋਂ ਪੈਸਿਵ ਵੌਇਸ ਆਏਗਾ ਉਹਦੇ ਵਿੱਚ ਤੁਹਾਡੀ ਵਰਬ ਦੀ ਫਰਸਟ ਫਾਰਮ ਸੈਕੰਡ ਫਾਰਮ ਕੁਛ ਨਹੀਂ ਆਣਾ, ਵਰਬ ਦੀ ਥਰਡ ਫਾਰਮ ਆਣੀ ਹੈ। ਦੈਨ ਤੁਹਾਡਾ ਮੋਸਟਲੀ ਲੱਗਦਾ ਹੈਗਾ ਬਾਏ, ਐਕਸੈਪਸ਼ਨਸ ਆਰ देयर, ਉਹ ਬਾਅਦ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਮੇਨ ਕਨਸੈਪਟ ਸਮਝਣਾ ਹੈ। ਬਾਏ ਲੱਗਣਾ ਹੈ ਤੇ ਸਬਜੈਕਟ ਲੱਗਣਾ ਹੈ। ਪਿਛਲੇ ਸੈਂਟੈਂਸ ਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ ਕਿ I do the work, ਇੱਥੇ ਆਪਾਂ ਉਲਟ ਲੈ ਕੇ ਚੱਲ ਰਹੇ ਹਾਂ। ਤੋਂ ਉਲਟ ਕਿਵੇਂ, ਆਪਾਂ ਆਬਜੈਕਟ ਨੂੰ ਪਹਿਲਾਂ ਲੈ ਆਏ। ਆਬਜੈਕਟ ਕੀ ਸੀਗਾ ਉੱਥੇ, the work, ਠੀਕ ਹੈ। ਫਿਰ ਆ ਗਿਆ ਤੁਹਾਡਾ ਜਿਹਨੂੰ ਅਸੀਂ ਕਹਿ ਰਹੇ ਹੈਗੇ ਆ be verb, ਉਹ ਆ ਗਿਆ is, helping verb ਜਿਹੜਾ ਹੋ ਗਿਆ। ਫਿਰ ਤੁਹਾਡਾ ਆ ਗਿਆ verb as past participle, ਕਿਹੜਾ ਆ ਗਿਆ, do ਦੀ third form, that is done, ਠੀਕ ਹੈ। ਫਿਰ ਆਪਾਂ ਲੈ ਰਹੇ ਹਾਂ ਜੀ ਇਹਨੂੰ ਕਨੈਕਟ ਕਰਨ ਵਾਸਤੇ ਬਾਏ ਲਿੱਤਾ ਸੀਗਾ, ਬਾਏ ਆ ਗਿਆ ਤੁਹਾਡਾ ਇੱਥੇ, ਠੀਕ ਹੈ। ਸਬਜੈਕਟ ਲਾਸਟ ਤੇ ਆਣਾ ਸੀਗਾ ਤੁਹਾਡਾ ਸਬਜੈਕਟ ਤੁਹਾਡਾ ਕੀ ਸੀਗਾ, I do the work। ਜਦੋਂ ਸਬਜੈਕਟ ਸੈਂਟੈਂਸ ਦੇ ਅਖੀਰ ਤੇ ਆਂਦਾ ਤਾਂ ਉਹ I ਦਾ ਮੀ ਕਨਵਰਟ ਹੋ ਗਿਆ। ਇਹ ਵੀ ਤੁਹਾਨੂੰ ਮੈਂ ਅੱਗੇ ਕਲੀਅਰ ਕਰਾਂਗੀ, ਠੀਕ ਹੈ। ਤਾਂ ਇਹਦੇ ਵਿੱਚ ਹੁਣ ਹੋਇਆ ਕੀ, ਇਹਦੇ ਵਿੱਚ ਇਹ ਗੱਲ ਦੱਸ ਰਿਹਾ ਹੈ, it means that the doer of the action is not active but passive, ਪੈਸਿਵ ਹੈ, ਪਿੱਛੇ ਆ ਰਿਹਾ ਸੈਂਟੈਂਸ ਦੇ ਵਿੱਚ, ਤਾਂ ਉਹ ਕੀ ਹੈ, ਉਹ ਪੈਸਿਵ ਹੈ। ਇੱਥੋਂ ਤੱਕ ਆਈ ਹੋਪ ਕਿ ਤੁਹਾਨੂੰ ਗੱਲ ਜਿਹੜੀ ਹੈ ਉਹ ਸਮਝ ਆ ਗਈ ਹੈ ਵੀ ਐਕਟਿਵ ਤੇ ਪੈਸਿਵ ਦੇ ਵਿੱਚ ਫਰਕ ਕੀ ਹੁੰਦਾ ਹੈ। ਜਦੋਂ ਕੰਮ ਕਰਨ ਵਾਲਾ ਅੱਗੇ ਆਂਦਾ ਹੈਗਾ ਸੈਂਟੈਂਸ ਦੇ ਵਿੱਚ ਐਕਟਿਵ ਫਾਰਮ ਹੁੰਦੀ ਹੈ, ਤੇ ਜਦੋਂ ਕੰਮ ਕਰਨ ਵਾਲਾ ਸਬਜੈਕਟ ਦੇ ਅਖੀਰ ਤੇ ਸੈਂਟੈਂਸ ਦੇ ਅਖੀਰ ਤੇ ਆਂਦਾ ਤਾਂ ਉਹ ਆਪਣੇ ਕੋਲੇ ਪੈਸਿਵ ਫਾਰਮ ਹੁੰਦੀ ਹੈ। ਕੰਮ ਤਾਂ ਆਈ ਨਹੀਂ ਕਰਨਾ, ਮੈਂ ਕਰਨਾ ਹੈਗਾ, ਤਾਂ ਉਹ ਲੇਕਿਨ ਉਹ ਸੈਂਟੈਂਸ ਦੇ ਅਖੀਰ ਤੇ ਆ ਰਿਹਾ ਤੇ ਪੈਸਿਵ ਫਾਰਮ ਹੋਗੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਹੋਰ ਐਗਜ਼ਾਮਪਲਸ ਜਿਹੜੀਆਂ ਆਪਾਂ ਪਿੱਛੇ ਲਈਆਂ ਸੀ ਉਹਨਾਂ ਦੀ ਹੀ ਆਪਾਂ ਇੱਥੇ ਪੈਸਿਵ ਫਾਰਮ ਲੈ ਰਹੇ ਹਾਂ। that is the prize was won by Harry, a song was sung by Sonam। ਔਰ ਹੋਰ ਗੱਲ ਦਾ ਆਪਾਂ ਇੱਥੇ ਧਿਆਨ ਕੀ ਕਰ ਰਹੇ ਹਾਂ, ਆਪਾਂ ਇੱਥੇ ਇਹ ਧਿਆਨ ਕਰਨਾ ਕਿ ਇੱਥੇ ਜਿਹੜੀ ਹੈਗੀ ਹੈ ਪਾਸਟ ਪਾਰਟਿਸਿਪਲ ਹੀ ਆਣਾ ਹੈ। ਜਿਹੜਾ ਵੀ ਤੁਹਾਡਾ ਪੈਸਿਵ ਫਾਰਮ ਹੈ ਉਹਦੇ ਵਿੱਚ ਪਾਸਟ ਪਾਰਟਿਸਿਪਲ ਆਣਾ ਹੈ, ਵਰਬ ਦੀ ਥਰਡ ਫਾਰਮ ਆਣੀ ਹੈ, ਹੋਰ ਕੋਈ ਫਾਰਮ ਨਹੀਂ ਆਣੀ। ਹਾਂਜੀ, ਹੁਣ ਆਪਾਂ ਪੜਨ ਜਾ ਰਹੇ ਹਾਂ ਰੂਲਸ ਫॉर ਚੇਂਜ ਆਫ ਵੌਇਸ। ਰੂਲਸ ਕੀ ਨੇ ਵੌਇਸ ਚੇਂਜ ਕਰਨ ਵਾਸਤੇ। ਬੇਟੇ ਐਕਟਿਵ ਫਾਰਮ ਦੇ ਵਿੱਚ, ਐਕਟਿਵ ਵੌਇਸ ਦੇ ਵਿੱਚ verb is controlled by subject, ਜਿਵੇਂ ਤੁਹਾਨੂੰ ਕਿਹਾ ਵੀ ਸਬਜੈਕਟ ਜਿਹੜਾ ਹੈ ਉਹ ਸੈਂਟੈਂਸ ਦੇ ਸਟਾਰਟਿੰਗ ਤੇ ਆਂਦਾ ਹੈ ਔਰ verb ਉਹਦੇ ਅਕੋਰਡਿੰਗ ਲੱਗਦਾ ਹੈ। ਪੈਸਿਵ ਫਾਰਮ ਦੇ ਵਿੱਚ ਕੀ ਹੁੰਦਾ ਹੈ, verb is controlled by the object ਕਿਉਂਕਿ ਅਸੀਂ ਅੱਗੇ ਲੈ ਜਾਂਦੇ ਆ ਤਾਂ verb ਫਿਰ ਉਹ ਆਬਜੈਕਟ ਦੇ ਹਿਸਾਬ ਦੇ ਨਾਲ ਲੱਗਦਾ ਹੈ। ਆਪਾਂ ਐਗਜ਼ਾਮਪਲਸ ਕਰਾਂਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ। ਫॉर द ਟਾਈਮ ਬੀਇੰਗ ਤੁਸੀਂ ਮਾਈਂਡ ਦੇ ਵਿੱਚ ਇੰਨੀ ਗੱਲ ਰੱਖ ਲਓ ਕਿ ਜਿਹੜੀ ਚੀਜ਼ ਸੈਂਟੈਂਸ ਦੇ ਸਟਾਰਟਿੰਗ ਦੇ ਵਿੱਚ ਆਏਗੀ ਵਰਬ ਉਹਦੇ ਅਕੋਰਡਿੰਗ ਲੱਗੇਗਾ, ਤੇ ਜਦੋਂ ਕੰਮ ਕਰਨ ਵਾਲਾ ਸਬਜੈਕਟ ਵਰਬ ਨੂੰ ਕੰਟਰੋਲ ਕਰ ਰਿਹਾ ਤੇ ਉਹ ਆਪਣਾ ਐਕਟਿਵ ਵੌਇਸ ਹੈ, ਤੇ ਜੇ ਆਬਜੈਕਟ ਕੰਟਰੋਲ ਕਰ ਰਿਹਾ ਤਾਂ ਉਹ ਆਪਣਾ ਪੈਸਿਵ ਵੌਇਸ ਹੈ। The object in the active voice becomes the subject in the passive voice। ਇਸ ਜਗ੍ਹਾ ਜਿਹੜੀ ਉਹਨਾਂ ਦੀ ਚੇਂਜ ਹੋ ਜਾਂਦੀ ਹੈ, ਉਹਨਾਂ ਦਾ ਕੰਮ ਚੇਂਜ ਹੋ ਜਾਂਦਾ ਹੈ, ਤਾਂ ਹੀ ਕਰਕੇ verb ਬਾਅਦ ਦੇ ਵਿੱਚ ਜਿਹੜਾ ਹੈਗਾ ਕਿਹਦੇ ਤੋਂ ਕੰਟਰੋਲ ਹੁੰਦਾ ਹੈ, object ਦੇ ਨਾਲ। ਤਾਂ only the past participle of the main verb is used in the passive voice। ਸਿਰਫ verb ਦੀ third form ਲੱਗਣੀ ਹੈ ਤਾਂ ਬਿਲਕੁਲ ਹੀ ਆਪਣੇ ਕੋਲੇ ਗੱਲ ਇਹਨੂੰ ਬੰਨ ਕੇ ਰੱਖ ਲਓ ਕਿ verb ਦੀ ਥਰਡ ਫਾਰਮ ਹੀ ਆਣੀ ਹੈ ਪੈਸਿਵ ਦੇ ਵਿੱਚ, ਹੋਰ ਕੁਝ ਨਹੀਂ ਆਣਾ। ਪੈਸਿਵ ਵੌਇਸ ਦੀ ਇੱਕ ਨਿਸ਼ਾਨੀ ਵੀ ਹੈ, ਕਿਉਂਕਿ ਜਦੋਂ ਅਸੀਂ ਟੈਂਸ ਪੜ੍ਹੇ ਅਸੀਂ ਇੰਨੀ ਗੱਲ ਕਹੀ ਕਿ is MR ਲੱਗਦਾ ਹੈ, ਜਾਂ ਕੋਈ ਵੀ ਮਤਲਬ ਜਦੋਂ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਉਹਦੇ ਵਿੱਚ verb ਦੀ ਫਰਸਟ ਫਾਰਮ ਲੱਗਦੀ ਹੈ। ਬੱਚੇ ਦੀ ਮੇਰੇ ਕੋਲ ਕੁਐਰੀ ਆਈ ਕਿ ਮੈਮ ਕਦੀ ਕਦੀ ਤਾਂ is MR ਦੇ ਨਾਲ verb ਦੀ ਥਰਡ ਫਾਰਮ ਲੱਗੀ ਹੁੰਦੀ ਹੈ। ਤਾਂ ਇਹ ਲੈਕਚਰ ਜਿਹੜਾ ਤੁਹਾਡੇ ਇਸ ਤਰ੍ਹਾਂ ਦੀ ਕੁਐਰੀਜ਼ ਦਾ ਹੀ ਹੱਲ ਹੈ ਕਿ ਇਸ MR ਦੇ ਨਾਲ ਜੇ ਤੁਹਾਨੂੰ verb ਦੀ ਥਰਡ ਫਾਰਮ ਦਿਖ ਰਹੀ ਹੈ ਤਾਂ ਉਹ ਟੈਂਸ ਨਹੀਂ ਚੇਂਜ ਹੋਇਆ, ਉਹ ਵੌਇਸ ਚੇਂਜ ਹੋਇਆ ਹੈ। ਕਿਉਂਕਿ ਪੈਸਿਵ ਵੌਇਸ ਦੇ ਵਿੱਚ ਚਾਹੇ ਉਹ ਪ੍ਰੈਜ਼ੈਂਟ ਦਾ ਪੈਸਿਵ ਹੈ, ਚਾਹੇ ਉਹ ਪਾਸਟ ਦਾ ਪੈਸਿਵ ਹੈ, ਚਾਹੇ ਉਹ ਫਿਊਚਰ ਦਾ ਪੈਸਿਵ ਹੈ, ਉਹਦੇ ਵਿੱਚ ਲੱਗਣੀ verb ਦੀ ਥਰਡ ਫਾਰਮ ਹੈ। ਤੁਹਾਨੂੰ ਉੱਥੇ ਇਸ MR ਦੇ ਨਾਲ ਵੀ verb ਦੀ ਥਰਡ ਫਾਰਮ ਦਿਖੇਗੀ, ਤੁਹਾਨੂੰ will shall ਦੇ ਨਾਲ ਵੀ ਦਿਖੇਗੀ, ਠੀਕ ਹੈ। ਪਾਸਟ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ। ਐਨੀਵੇ
ਉਹ ਜਿਹੜੀਆਂ ਸਾਰਾ ਕੁਝ ਤੁਹਾਨੂੰ ਐਗਜ਼ਾਮਪਲਸ ਦੇ ਨਾਲ ਅੱਗੇ ਕਲੀਅਰ ਹੋਣਾ ਹੈ। ਇਨ ਐਕਟਿਵ ਵੌਇਸ ਦਾ verb agrees with the subject, it means the subject is active। ਇਹ ਉਹੀ ਗੱਲ ਤੁਹਾਨੂੰ ਦੁਬਾਰਾ ਰਿਪੀਟ ਕੀਤੀ ਜਾ ਰਹੀ ਹੈ। ਤੇ ਪੈਸਿਵ ਦੇ ਵਿੱਚ ਜਿਹੜਾ ਹੈਗਾ verb ਕਾਹਦੇ ਨਾਲ ਅਗਰੀ ਕਰਦਾ ਹੈ, ਆਬਜੈਕਟ ਦੇ ਨਾਲ, ਯਾਨੀ ਕਿ ਕੰਟਰੋਲ ਉਹਨੂੰ ਆਬਜੈਕਟ ਕਰਦਾ ਹੈਗਾ। some common rules for the active and passive voice, ਇਹ ਤੁਹਾਡੇ ਧਿਆਨ ਦੇ ਵਿੱਚ ਹਮੇਸ਼ਾ ਹੀ ਹੋਣੇ ਚਾਹੀਦੇ। ਇੱਕ ਵਾਰੀ ਅੱਛੀ ਤਰ੍ਹਾਂ ਦੇਖ ਲਓਗੇ ਤਾਂ ਫॉर द ਲਾਈਫ ਟਾਈਮ ਤੁਹਾਡੇ ਮਾਈਂਡ ਦੇ ਵਿੱਚ ਰਹਿਣਗੇ। ਜਦੋਂ ਐਕਟਿਵ ਫਾਰਮ ਦੇ ਵਿੱਚ ਹੁੰਦਾ ਇਹਦੇ ਨਾਲ ਵੀ ਤੁਹਾਨੂੰ ਕਲੀਅਰ ਹੋਏਗਾ ਕਿ ਜਿਹੜਾ ਤੁਹਾਡਾ ਸੈਂਟੈਂਸ ਹੈ ਉਹ ਐਕਟਿਵ ਹੈ ਕਿ ਪੈਸਿਵ ਹੈ। ਬੇਟੇ ਉਹਦੇ ਵਿੱਚ ਦੇਖੋ ਕਿ ਜੇ ਤਾਂ ਆਈ ਲੱਗਿਆ ਹੋਇਆ ਹੈ ਸਬਜੈਕਟ ਦੇ ਤੌਰ ਤੇ ਤਾਂ ਇਹ ਤੁਹਾਡਾ ਐਕਟਿਵ ਫਾਰਮ ਆ ਜਾਂਦੀ ਹੈ। ਜਦੋਂ ਉਹਨੂੰ ਅਸੀਂ ਪੈਸਿਵ ਚ ਕਨਵਰਟ ਕਰਾਂਗੇ ਉਹਨੇ ਮੀ ਬਣ ਜਾਣਾ ਹੈ, ਉੱਥੇ ਆਈ ਨਹੀਂ ਆਏਗਾ। ਹਾਂਜੀ, ਯੂ ਦਾ ਯੂ ਹੀ ਰਹਿੰਦਾ ਹੈ, ਸ਼ੀ ਦਾ ਹਰ ਬਣ ਜਾਂਦਾ ਹੈ, ਦੇ ਦਾ ਦੈਮ ਬਣਦਾ ਹੈ, ਵੀ ਦਾ ਬਣਦਾ ਹੈ ਅਸ, ਹੀ ਦਾ ਹਿਮ, ਇਟ ਦਾ ਇਟ ਰਹਿੰਦਾ ਹੈ। ਤਾਂ ਇਹ ਕੁਝ ਗੱਲਾਂ ਤੁਸੀਂ ਆਪਦੇ ਧਿਆਨ ਚ ਲਿਆਣੀ ਹੈ। 2-4 ਵਾਰ ਸਮਝ ਲਓਗੇ ਗੱਲ ਨੂੰ, 2-4 ਵਾਰ ਗੋ ਥਰੂ ਹੋ ਜਾਓਗੇ ਐਗਜ਼ਾਮਪਲਸ ਦੇ, ਤਾਂ ਤੁਹਾਨੂੰ ਕਦੀ ਵੀ ਦਿੱਕਤ ਨਹੀਂ ਆਏਗੀ ਕਿ ਇਹ ਪੈਸਿਵ ਹੈ ਕਿ ਇਹ ਐਕਟਿਵ ਹੈ। ਔਰ ਕਦੀ ਵੀ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਨਸੈਪਟ ਸਮਝਣ ਦੀਆਂ ਗੱਲਾਂ ਹੁੰਦੀਆਂ, ਇਹਨਾਂ ਦੇ ਵਿੱਚ ਨਾ ਤੇ ਕੋਈ ਕ੍ਰੈਮਿੰਗ ਹੁੰਦੀ ਹੈ। ਇੱਕ ਵਾਰੀ ਕਨਸੈਪਟ ਸਮਝ ਲਿਆ ਦੁਬਾਰਾ ਕਦੀ ਪੜ੍ਹਨ ਦੀ ਵੀ ਜ਼ਰੂਰਤ ਨਹੀਂ ਪੈਂਦੀ, ਹਮੇਸ਼ਾ ਵਾਸਤੇ ਜਿਹੜਾ ਕਨਸੈਪਟ ਉਹ ਕਲੀਅਰ ਹੋ ਜਾਂਦਾ ਹੈ। ਸੋ ਮੇਨ ਗੱਲ ਜਿਹੜੀ ਬਿਲਕੁਲ 100% ਹਰ ਟਾਈਮ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਹੈ ਉਹ ਇਹ ਹੈ ਕਿ ਓਨਲੀ ਥਰਡ ਫਾਰਮ ਆਫ ਵਰਬ ਇਜ਼ ਯੂਜ਼ਡ ਇਨ ਪੈਸਿਵ ਕੰਸਟਰਕਸ਼ਨਸ। ਬਸ ਇਸ ਗੱਲ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਹੀ ਰੱਖਣਾ ਹੈ, ਇਹਨੂੰ ਕਦੀ ਨਹੀਂ ਭੁੱਲਣਾ। ਹੁਣ ਜਿਸ ਤਰ੍ਹਾਂ ਇੱਕ ਗੱਲ ਹੈ ਕਿ ਤੁਹਾਨੂੰ ਐਗਜ਼ਾਮਪਲ ਦਿੱਤੀ ਹੈਗੀ ਹੈ ਐਕਟਿਵ ਫਾਰਮ ਦੀ, ਉਹ ਹੈਗੀ ਹੈ ਕਿ ਦੇ ਅੰਡਰਸਟੈਂਡ ਮੀ ਵੈਰੀ ਵੈਲ। ਇਹ ਐਕਟਿਵ ਹੈਗਾ। ਜਦੋਂ ਤੁਸੀਂ ਇਹਨੂੰ ਚੇਂਜ ਕਰੋਗੇ ਉਦੋਂ ਤੁਸੀਂ ਜਿਹੜਾ ਇੱਥੇ ਮੀ ਹੈ ਉਹਨੂੰ ਤੁਸੀਂ ਸਬਜੈਕਟ ਦੀ ਜਗ੍ਹਾ ਤੇ ਲੈ ਕੇ ਜਾਓਗੇ, ਔਰ ਜਿਹੜਾ ਇਹ them ਹੈ ਸੌਰੀ ਦੇ ਦਾ them ਬਣੂਗਾ, ਉਹਨੂੰ ਤੁਸੀਂ ਕਿੱਥੇ ਲੈ ਕੇ ਆਓਗੇ, ਆਬਜੈਕਟ ਦੀ ਜਗ੍ਹਾ ਤੇ। ਤਾਂ ਇਸ ਤਰ੍ਹਾਂ ਇਹ ਜਿਹੜੀ ਕਨਵਰਸ਼ਨ ਹੁੰਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। they understand me very well, I am understood very well by them। okay ਜੀ। ਹੁਣ ਆਪਾਂ ਕਿਉਂਕਿ ਆਪਣਾ ਲਾਸਟ ਜਿਹੜਾ ਟੌਪਿਕ ਸੀਗਾ ਉਹ ਟੈਂਸ ਦਾ ਸੀਗਾ, ਤੇ ਇਸ ਗੱਲ ਕਰਕੇ ਆਪਾਂ ਮੇਨ ਅੱਜ ਫੋਕਸ ਕਰਾਂਗੇ ਟੈਂਸ ਦੇ ਅਕੋਰਡਿੰਗ। ਆਪਾਂ ਐਕਟਿਵ ਪੈਸਿਵ ਫਾਰਮਸ ਨੂੰ ਪੜਾਂਗੇ ਤਾਂ ਕਿ ਤੁਹਾਡੇ ਇਹਦੇ ਨਾਲ ਟੈਂਸ ਦੀ ਰਿਵੀਜ਼ਨ ਵੀ ਹੋ ਜਾਏਗੀ ਔਰ ਤੁਹਾਡੇ ਪੈਸਿਵ ਬਣਾਉਣੇ ਵੀ ਤੁਹਾਨੂੰ ਆ ਜਾਣਗੇ। ਤਾਂ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ ਇਸ ਦੇ ਰਿਲੇਟਡ। ਹੁਣ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦੇ ਵਿੱਚ ਕੀ ਪੜਿਆ ਸੀਗਾ ਕਿ ਸਬਜੈਕਟ ਦੇ ਨਾਲ ਫਰਸਟ ਫਾਰਮ ਲੱਗਦੀ ਹੈ ਵਰਬ ਦੀ, ਐਸ ਜਾਂ ਈਐਸ, ਜਿੱਥੇ ਤੁਹਾਡਾ ਸਬਜੈਕਟ ਸਿੰਗੂਲਰ ਹੁੰਦਾ ਹੈ ਤੇ ਆਬਜੈਕਟ ਲੱਗਦਾ ਹੈ। ਹੁਣ ਆਪਣੇ ਕੋਲ ਐਗਜ਼ਾਮਪਲ ਕੀ ਹੈ, ਇਹਦੀ ਐਗਜ਼ਾਮਪਲ ਆਪਣੇ ਕੋਲ ਹੈਗੀ ਹੈ ਅਰਜੁਨ ਸੀਜ਼ ਅ ਡੀਅਰ। ਅਰਜੁਨ ਸਬਜੈਕਟ, ਸੀ ਫਰਸਟ ਫਾਰਮ ਹੁੰਦੀ ਹੈ, ਸੀ ਦੇ ਨਾਲ ਐਸ ਲੱਗ ਗਿਆ ਤਾਂ ਇਹ ਆਪਣੇ ਕੋਲ ਇੰਡੈਫਿਨਿਟ ਦੀ ਨਿਸ਼ਾਨੀ ਹੈ। ਡੀਅਰ ਜਿਹੜਾ ਤੁਹਾਡਾ ਆ ਗਿਆ ਆਬਜੈਕਟ ਆ ਗਿਆ। ਠੀਕ ਹੈ, ਇੱਥੋਂ ਤੱਕ ਪਤਾ ਲੱਗ ਗਿਆ। ਹੁਣ ਆਪਾਂ ਇਹਨੂੰ ਕਨਵਰਟ ਕਿਵੇਂ ਕੀਤਾ, ਦੇਖੋ ਜਿਹੜਾ ਡੀਅਰ ਹੈ ਇੱਥੇ ਆਬਜੈਕਟ ਸੀ, ਇੱਥੇ ਅਸੀਂ ਬਣਾਤਾ ਸਬਜੈਕਟ ਡੀਅਰ। ਠੀਕ ਹੈ, ਕਿਉਂਕਿ ਇਹ ਪ੍ਰੈਜ਼ੈਂਟ ਇੰਡੈਫਿਨਿਟ ਹੈ। ਪ੍ਰੈਜ਼ੈਂਟ ਇੰਡੈਫਿਨਿਟ ਹੈ, ਦੇਖੋ ਅੱਜ ਸੀਜ਼ ਲੱਗਿਆ ਹੋਇਆ ਹੈ। ਪ੍ਰੈਜ਼ੈਂਟ ਇੰਡੈਫਿਨਿਟ ਸੀ ਤਾਂ ਆਪਣੇ ਕੋਲ ਹੈਲਪਿੰਗ ਵਰਬ ਜਿਹੜਾ ਇੱਥੇ ਇਜ਼ ਲੱਗ ਗਿਆ। ਫਿਰ ਸੀ ਜਿਹੜੀ ਸੀਗੀ ਉਹ ਫਰਸਟ ਫਾਰਮ ਸੀਗੀ, ਬਟ ਕਦੀ ਵੀ ਜਿਹੜਾ ਪੈਸਿਵ ਹੈ ਉਹਦੇ ਵਿੱਚ ਫਰਸਟ ਫਾਰਮ ਨਹੀਂ ਲੱਗਣੀ, ਸਿਰਫ ਇੱਕੋ ਹੀ ਫਾਰਮ ਲੱਗਣੀ, ਦੈਟ ਇਜ਼ ਥਰਡ ਫਾਰਮ ਆਫ ਵਰਬ। ਇੱਥੇ ਅਸੀਂ ਬਣਾਤਾ ਸੀ ਦਾ ਸੀਨ। ਠੀਕ ਹੈ, ਔਰ ਉਸ ਤੋਂ ਬਾਅਦ ਜਿਹੜਾ ਅਰਜੁਨ ਸੀ ਆਪਣਾ ਸਬਜੈਕਟ ਸੀਗਾ, ਉਹਨੂੰ ਆਪਾਂ ਕਦੇ ਨਾਲ ਅਟੈਚ ਕਰਤਾ ਬਾਏ ਲਗਾ ਕੇ। ਇਸ ਤਰ੍ਹਾਂ ਹੁੰਦੇ ਆ ਤੁਹਾਡੇ ਐਕਟਿਵ ਤੋਂ ਪੈਸਿਵ ਵੌਇਸ। ਠੀਕ ਹੈ, ਇਹਨੂੰ ਤੁਸੀਂ ਦੁਬਾਰਾ ਇੱਕ ਵਾਰੀ ਧਿਆਨ ਨਾਲ ਦੇਖ ਸਕਦੇ ਹੋ। ਆਪਾਂ ਐਗਜ਼ਾਮਪਲਸ ਜਿੰਨੀਆਂ ਜ਼ਿਆਦਾ ਕਰੀ ਜਾਵਾਂਗੇ, ਜਿੰਨਾ ਜ਼ਿਆਦਾ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਆਪਣੇ ਆਪ, ਉਨਾ ਹੀ ਤੁਹਾਨੂੰ ਕਨਸੈਪਟ ਜਿਹੜਾ ਕਲੀਅਰ ਹੁੰਦਾ ਜਾਏਗਾ। ਨੈਕਸਟ ਦੇਖੋ, ਪਾਰਥ ਪਲੇਜ਼ ਵਾਇਲਨ। Violin is played by Parth। I do not like kites। Kites are, ਕਿਉਂਕਿ ਜ਼ਿਆਦਾ ਹੋ ਗਏ ਨਾ, ਹੁਣ ਦੇਖੋ ਇੱਥੇ ਕੰਟਰੋਲ ਕੌਣ ਕਰ ਰਿਹਾ, ਆਬਜੈਕਟ। ਤਾਂ ਹੈਲਪਿੰਗ ਵਰਬ ਔਰ ਵਰਬ ਜਿਹੜਾ ਕੰਟਰੋਲ ਹੋ ਰਿਹਾ ਉਹ ਕਾਈਟਸ ਦੇ ਨਾਲ, ਯਾਨੀ ਕਿ ਆਬਜੈਕਟ ਦੇ ਨਾਲ ਹੋ ਰਿਹਾ ਹੈ। ਕਾਈਟਸ ਆਰ ਨਾਟ
liked by me. I ਦਾ me बन गया. He does not eat apples. Apples are not eaten by him. Do you take tea? Is helping verb is ही लगना है. Tea take ਦਾ ਬਣ ਗਿਆ taken by you question mark. ਜਿੰਨੇ ਵੀ ਤੁਹਾਡੇ ਚੇਂਜ ਆਫ ਵੌਇਸ ਦੇ ਵਿੱਚ ਤੁਸੀਂ ਕਦੀ ਵੀ ਨੈਗੇਟਿਵ ਫਾਰਮ ਜਾਂ ਅਫਰਮੇਟਿਵ ਫਾਰਮ ਜਾਂ ਇੰਟਰੋਗੇਟਿਵ ਫਾਰਮ ਨੂੰ ਚੇਂਜ ਨਹੀਂ ਕਰੋਗੇ, ਉਹ ਫਾਰਮ ਐਸ ਸੱਚ ਰਹਿਣੀ ਹੈ. ਤੁਸੀਂ ਐਕਟਿਵ ਟੂ ਪੈਸਿਵ, ਪੈਸਿਵ ਟੂ ਐਕਟਿਵ ਬਣਾਉਣਾ ਹੈ, ਜੋ ਵੀ ਤੁਹਾਨੂੰ ਕਿਹਾ ਗਿਆ ਹੋਏਗਾ. नेक्स्ट बेटे अपना आ गया प्रेजेंट कंटिन्यूअस टेंस. प्रेजेंट इंडेफिनिट पढ़ लिया, प्रेजेंट कंटिन्यूअस पढ़ लिया. प्रेजेंट कंटिन्यूअस से मैं ਤੁਹਾਨੂੰ ਦੱਸਿਆ ਹੋਇਆ ਸੀਗਾ ਕਿ ਸਬਜੈਕਟ ਲੱਗਦਾ ਹੈ, ਸਬਜੈਕਟ ਦੇ ਨਾਲ ਇਜ਼ ਐਮ ਆਰ ਲੱਗਦਾ ਹੈ, ਵਰਬ ਦੀ ਫਸਟ ਫਾਰਮ ਲੱਗਦੀ ਹੈ, ਆਈਐਨਜੀ ਲੱਗਦਾ ਹੈ ਤੇ ऑब्जेक्ट लगता है. ठीक है, एनी गल क्लियर है. देखो अर्जुन सब्जेक्ट इज एम आर ਤੁਹਾਨੂੰ ਹੁਣੇ ਦੱਸ ਕੇ ਹਟੀਆਂ ਲੱਗਣਾ ਹੈ. अर्जुन सिंगुलर है, अर्जुन ਦੇ ਨਾਲ is ਲੱਗ ਗਿਆ. सी वर्ब ਦੀ ਫਸਟ ਫਾਰਮ ਨਾਲ ਆ ਗਿਆ आईएनजी ਜਿਹੜਾ ਲੱਗਣਾ ਹੀ ਲੱਗਣਾ ਕੰਟੀਨਿਊਅਸ ਦੇ ਵਿੱਚ. ਠੀਕ ਹੈ, ਇਹ ਵਰਬ ਹੋ ਗਿਆ ਤੁਹਾਡਾ. अ डियर ऑब्जेक्ट हो गया. ठीक, ਇੱਥੋਂ ਤੱਕ ਆ ਗਿਆ. ਹੁਣ ਜਦੋਂ ਅਸੀਂ ਇਹਦੀ ਪੈਸਿਵ ਫਾਰਮ ਬਣਾਉਣੀ ਹੈ, ਪੈਸਿਵ ਫਾਰਮ ਦੇ ਵਿੱਚ ਅਸੀਂ ਕੀ ਕਰਨਾ ਹੈ, ਉਹਨੇ ਆਪਾਂ ਨੂੰ ਕੀ ਕਿਹਾ ਹੋਇਆ ਹੈ. ਪੈਸਿਵ ਫਾਰਮ 'ਚ ਕੀ ਹੋਏਗਾ, ਜਿਹੜਾ ऑब्जेक्ट है उन्हें सेंटेंस स्टार्ट करना है, फिर इज एम आर लगना है, फिर पैसिव शो करने वास्ते वैसे भी क्योंकि आई इज एम आर दे नाल सीधी तुहाडी कदी भी थर्ड फॉर्म नहीं लगेगी. ਅਸੀਂ ਕੀ ਲਗਾਣਾ ਵੈ being, be ਦੇ ਨਾਲ ing ਐਡਜਸਟ ਹੋ ਗਿਆ, ਨਾਲ ਆ ਗਿਆ verb ਦੀ ਥਰਡ ਫਾਰਮ, ਫਿਰ by ਆ ਗਿਆ, by ਦੇ ਨਾਲ ਤੁਹਾਡਾ ਆ ਗਿਆ subject. ਤਾਂ ਇਹ ਤੁਹਾਡਾ ਕਨਵਰਟ ਹੋ ਗਿਆ ਐਕਟਿਵ ਟੂ पैसिव. कुछ भी डिफिकल्ट नहीं है, जस्ट लाइक अ गेम. प्ले करते जाओ, सीखते जाओ, प्ले करते जाओ एंड लर्न करते जाओ. कुछ भी डिफिकल्ट नहीं हुंदा. हुण आपां एग्जांपल कर रहे हां. अर्जुन इज सीइंग अ डियर, ये अपना एक्टिव वॉइस सीगा. हुण देखो आपां की गेम प्ले करन जा रहे हैं. आपां ऑब्जेक्ट चक के अगे लैके अ डियर, ठीक है, इज लग्या होया है ऑलरेडी अपने कोल. हुणे डियर भी एक हैगा तां आपां इत्थे अगेन इज लगा देना है. जे ज्यादा हुंदे आपां आर लगा दिंदे. ठीक है, उस तो बाद अपने कोल सीगा सी. ये जिहड़ा हुण असीं इहनूं थर्ड फॉर्म बनानी है, बट इस दे नाल सीधी थर्ड फॉर्म नहीं आनी, तां करके आपां इत्थे बीइंग लगाने हैं. बीइंग लग गया, दैन थर्ड फॉर्म जिहड़ी सानूं रिक्वायर्ड है, फिर असी जिहड़ा सब्जेक्ट है ਉਹਨੂੰ अटैच करने वास्ते by लगाता. अपनी गेम जिहड़ी है वो कंप्लीट हो गई है ना. ठीक है, ਤਾਂ अपना जिहड़ा ਇਹ ਆਪਾਂ ਕੀ ਪੜ ਲਿਆ, ਹੁਣ ਇੱਥੇ ਆਪਾਂ ਪੜ ਲਿਆ प्रेजेंट कंटिन्यूअस टेंस ਦੇ ਵਿੱਚ ਅਸੀਂ एक्टिव टू पैसिव ਕਿਵੇਂ ਜਾਣਾ है. आप और एग्जांपल्स पढ़ते हैं. Parth is playing violin. Violin is being played by Parth. I am not liking kites. Kites are not being liked by me. He is not eating apples. Apples are not being eaten by him. Okay. Are you taking tea? Is tea being taken by you? ਇੱਥੋਂ ਤੱਕ ਕੰਸੈਪਟ ਕਲੀਅਰ ਹੋਣ ਤੋਂ ਬਾਅਦ ਲੈਟਸ ਮੂਵ ਟੂ ਪ੍ਰੈਜ਼ੈਂਟ ਪਰਫੈਕਟ ਟੈਂਸ. ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਆਪਾਂ ਕਹੇ ਪ੍ਰੈਜ਼ੈਂਟ ਪਰਫੈਕਟ ਟੈਂਸ ਆਲਰੇਡੀ ਹੈਜ਼ ਵਰਬ ਦੀ ਥਰਡ ਫਾਰਮ. ਤੀਸਰੀ ਫਾਰਮ ਇਹਦੇ ਚ ਆਲਰੇਡੀ ਲੱਗੀ ਹੁੰਦੀ ਹੈ. ਇਹਦੇ ਚ ਆਪਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਨਹੀਂ ਆਣੀ. ਇਹ ਈਜ਼ੀਐਸਟ ਆਫ ਦਾ ਚੇਂਜ ਆਪਣੇ ਕੋਲ ਇੱਥੇ ਆ ਜਾਂਦੀ. ਟਰਾਂਸਫਰਮੇਸ਼ਨ ਉਹ ਕੀ ਹੁੰਦੀ ਹੈ, ਦੇਖੋ ਪਹਿਲਾਂ ਆਪਾਂ ਉਵੇਂ ਹੀ ਸਟੱਡੀ ਕਰਦੇ ਹਾਂ. ਦਾ ਸੈਂਟੈਂਸ ਦਾ ਜਿਹੜਾ ਫਾਰਮੇਸ਼ਨ ਕੀ ਹੁੰਦੀ ਹੈ, ਸਟਰਕਚਰ ਕੀ ਹੁੰਦੀ ਹੈ. ਸਬਜੈਕਟ ਹੈਜ਼, ਹੈਵ, ਹੈਜ਼ ਸਿੰਗੂਲਰ ਨਾਲ, ਹੈਵ ਪਲੂਰਲ ਦੇ ਨਾਲ, verb ਦੀ ਥਰਡ ਫਾਰਮ ਨਾਲ ਲੱਗ ਜਾਂਦਾ ऑब्जेक्ट. लेट्स से इट हियर अर्जुन सब्जेक्ट हैज सिंगुलर है क्योंकि ये verb ਦੀ ਥਰਡ ਫਾਰਮ seen ਨਾਲ ਲੱਗਿਆ ਹੋਇਆ ਹੈ ऑब्जेक्ट. ਠੀਕ ਹੈ ਜੀ, ਇਹ ਤੁਹਾਡੀ ਹੋ ਗਈ ਐਕਟਿਵ ਵੌਇਸ. ਪੈਸਿਵ ਦੇ ਵਿੱਚ ਕੀ ਕਰਾਂਗੇ, ਪੈਸਿਵ ਚ ਅਸੀਂ ਕਰਾਂਗੇ ਅਸੀਂ ऑब्जेक्ट ਨੂੰ ਅੱਗੇ ਲੈ ਜਾਣਾ ਹੈ. ऑब्जेक्ट ਹੁਣ सिंगुलर है या प्लूरल है ਉਹਦੇ ਤੇ डिपेंड करता हुए हैज या हैव लगेगा.
ਤੇ ਨਾਲ ਕੀ ਲਗਾਣਾ ਹੈ ਬਿਕॉज ਆਪਾਂ ਸ਼ੋ ਕਰਨਾ ਹੈਗਾ ਕਿ ਇਹ ਹੁਣ ਜਿਹੜਾ ਪੈਸਿਵ ਹੈ ਤਾਂ ਬੀਨ ਲੱਗੇਗਾ ठीक है उस बाद verb the third form by subject ਹੁਣ ਆਪਣੀ ਗੇਮ ਅਗੇਨ ਵੀ ਆਰ ਗੋਇੰਗ ਟੂ ਸਟਾਰਟ ਕੀ ਗੇਮ ਹੋਗੀ ਜਿਹੜਾ ਤੁਹਾਡਾ ਆਬਜੈਕਟ ਸੀਗਾ ਆਬਜੈਕਟ ਨੂੰ ਚੱਕ ਕੇ ਲੈ ਜਾਓ ਅੱਗੇ ਸਟਾਰਟਿੰਗ ਦੇ ਵਿੱਚ ਹੈਜ਼ ਸੀ हैज ਦਾ हैज क्योंकि अगेन अपना ऑब्जेक्ट फिर सिंगुलर है ਅਸੀਂ ਹੁਣ ਐਡ ਕਰਤਾ been ਐਡ ਕਰਕੇ ਅਸੀਂ verb ਦੀ ਥਰਡ ਫਾਰਮ ਲਗਾਤੀ ਫਿਰ ਅਸੀਂ ਕਿਉਂਕਿ ਅਸੀਂ ਇੱਥੇ ਆਪਣਾ ਸਬਜੈਕਟ ਲਗਾਉਣਾ ਸੀ ਸਬਜੈਕਟ ਦੇ ਨਾਲ ਅਸੀਂ by ਲਗਾਤਾ ਦੈਟਸ ਆਲ ਇਹਦੇ ਨਾਲ ਤੁਹਾਡਾ ਜਿਹੜੇ ਅਗੇਨ ਨੈਕਸਟ ਲੈਵਲ ਆਫ ਯੋਰ ਗੇਮ ਉਹ ਕੰਪਲੀਟ ਹੋ ਗਿਆ ਤੇ ਅਸੀਂ ਕੀ ਸਿੱਖ ਗਏ ਆ ਅਸੀਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਐਕਟਿਵ ਫਾਰਮ ਨੂੰ ਪੈਸਿਵ ਦੇ ਵਿੱਚ ਇਵਨ ਜੇ ਸਾਡੇ ਕੋਲ ਪੈਸਿਵ ਫਾਰਮ ਆ ਜੇ ਤਾਂ ਅਸੀਂ ਉਹਨੂੰ ਐਕਟਿਵ ਦੇ ਵਿੱਚ ਚੇਂਜ ਕਰ ਲਾਂਗੇ ਇਹ ਵੀ ਧਿਆਨ ਰੱਖਣਾ ਜ਼ਰੂਰੀ ਨਹੀਂ ਕਿ ਤੁਹਾਨੂੰ ਐਕਟਿਵ ਫਾਰਮਸ ਹੀ ਦੇਣਗੇ ਚੇਂਜ ਕਰਨ ਵਾਸਤੇ ਤੁਹਾਨੂੰ ਸਬਜੈਕਟ ਦੀ ਨੌਲੇਜ ਹੋਣੀ ਚਾਹੀਦੀ ਹੈ ਕੁਝ ਦੇ ਦੇਣ ਪੈਸਿਵ ਦੇ ਦੇਣ ਉਹਨੂੰ ਐਕਟਿਵ ਚ ਚੇਂਜ ਕਰਨਾ ਐਕਟਿਵ ਦੇ ਦੇਣ ਉਹਨੂੰ ਪੈਸਿਵ ਦੇ ਵਿੱਚ ਚੇਂਜ ਕਰਨਾ ਕੁਝ ਅਸੀਂ ਐਗਜ਼ਾਮਪਲਸ ਅਗਲੀਆਂ ਵੀ ਪੜ੍ਹ ਲਾਂਗੇ Parth has played violin. Violin has been played by Parth. I have not liked the kites. Kites plural है ਹੁਣ ਇੱਥੇ ਤੁਸੀਂ ਧਿਆਨ ਕਰਨਾ ਹੈ have ਲੱਗ ਗਿਆ ਉਸ ਤੋਂ ਬਾਅਦ not ਆ ਗਿਆ ਫਿਰ been ਆ ਗਿਆ ਫਿਰ liked verb ਦੀ third form ਆ ਗਈ फिर by और फिर I ਦਾ ਕੀ ਬਣ ਗਿਆ me ਬਣ ਗਿਆ He has not eaten apples. Apples have not been eaten by him. Have you taken tea? Has ਹੁਣ ਇੱਥੇ change ਦੇਖੋ you ਦੇ ਨਾਲ ਹਮੇਸ਼ਾ have ਲੱਗਦਾ ਹੈ but tea singular ਹੋਣ ਕਰਕੇ ਉਹਦੇ ਨਾਲ has ਲੱਗ ਗਿਆ been taken by you question ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਹੁਣ ਆਪਾਂ ਇੱਕ ਬਾਕੀ ਦੇ ਟੈਂਸ ਵਾਸਤੇ ਆਪਾਂ ਇੱਕ ਕੁਇਕ ਗੋ ਥਰੂ ਕਰਾਂਗੇ ਉਹਦੇ ਵਿੱਚੋਂ ਕਿਉਂਕਿ ਸਿਮਿਲਰ ਸਾਰੇ ਜਿਹੜੇ ਰੂਲਸ ਨੇ ਉਹੀ ਅਪਲਾਈ ਹੁੰਦੇ ਨੇ ਹੁਣ ਦੇਖੋ ਹੋ ਕੀ ਰਿਹਾ ਅੱਛਾ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਈ ਜਿਹੜੇ ਟੈਂਸ ਹੁੰਦੇ ਨੇ ਉਹਨਾਂ ਦੇ ਵਿੱਚ ਐਕਟਿਵ ਪੈਸਿਵ ਫਾਰਮ ਚੇਂਜ ਨਹੀਂ ਹੁੰਦੀ ਤਾਂ ਇਹ ਚਾਰਟ ਤੁਹਾਨੂੰ ਕਲੀਅਰ ਕਰ ਰਿਹਾ ਕਿ ਕਿੰਨਾ ਟੈਂਸ ਦੇ ਵਿੱਚ ਐਕਟਿਵ ਪੈਸਿਵ ਫਾਰਮ ਚੇਂਜ ਹੁੰਦੀ ਹੈ ਔਰ ਕਿੰਨਾ ਦੇ ਵਿੱਚ ਨਹੀਂ ਹੁੰਦੀ ਠੀਕ ਹੈ ਜਿਹੜੇ ਇੱਥੇ ਲਿਖੇ ਸਿਰਫ ਉਹੀ ਟੈਂਸ ਨੇ ਜਿਹੜੇ ਤੁਹਾਡੇ ਐਕਟਿਵ ਜਾਂ ਪੈਸਿਵ ਦੇ ਵਿੱਚ ਆਉਂਦੀ ਹੈ ਬਾਕੀ ਅੱਗੇ ਤੁਸੀਂ ਕ੍ਰਾਸ ਕਰ ਲੈਣਾ ਕਿ ਉਹਨਾਂ ਦੀ ਜਿਹੜੀ ਫਾਰਮ ਹੈ ਉਹ ਚੇਂਜ ਨਹੀਂ ਹੋਏਗੀ ਜਿਸ ਤਰ੍ਹਾਂ ਆਪਾਂ ਕਰ ਚੁੱਕੇ ਹਾਂ ਪ੍ਰੈਜ਼ੈਂਟ ਸਿੰਪਲ ਇਨਡੈਫਿਨਿਟ ਦੇ ਵਿੱਚ I make a cake is made by me I am making a cake is being made by me ਪਾਸਟ ਦੇ ਵਿੱਚ ਆਪਾਂ ਚਲੇ ਗਏ ਤਾਂ ਉਹਦੇ ਵਿੱਚ ਆ ਗਿਆ ਬੇਟੇ ਇੱਕ ਗੱਲ ਦੇਖੋ ਇੱਥੇ ਆ ਮੇਕ ਸੀਗਾ ਲੈਟ ਮੀ ਮੇਕ ਇਟ ਕਲੀਅਰ ਜੀ ਹੁਣ ਇੱਥੇ ਆਪਣੇ ਕੋਲ ਵਰਬ ਦੀ ਫਰਸਟ ਫਾਰਮ ਹੁੰਦੀ ਹੈ ਇਨਡੈਫਿਨਿਟ ਦੇ ਵਿੱਚ ਜਾਂ ਜਿਹਨੂੰ ਅਸੀਂ ਸਿੰਪਲ ਕਹਿੰਦੇ ਆ ਤਾਂ ਇੱਥੇ ਆਪਣੇ ਕੋਲ ਲੱਗਿਆ ਸੀ ਇਸ ਆ ਜਿਹੜੀ ਲੱਗਣੀ ਹੈ ਇਹ ਤਾਂ ਵਰਬ ਦੀ ਥਰਡ ਫਾਰਮ ਹੀ ਲੱਗਣੀ ਹੈ ਹੁਣ ਇੱਥੇ ਤੁਸੀਂ ਆ ਜਾਓ ਪਾਸਟ ਇਨਡੈਫਿਨਿਟ ਤੇ ਜਾਂ ਪਾਸਟ ਸਿੰਪਲ ਤੇ ਇਹਨਾਂ ਨੇ ਵਰਬ ਦੀ ਸੈਕਿੰਡ ਫਾਰਮ ਲਗਾਣੀ ਹੁੰਦੀ ਹੈ ਬਟ ਜਦੋਂ ਅਸੀਂ ਪੈਸਿਵ ਬਣਾਇਆ ਅਸੀਂ ਉੱਥੇ ਸਿਰਫ ਵਾਸ ਲਗਾਤਾ ਜਿਹਦੇ ਨਾਲ ਇਹ ਸ਼ੋ ਹੋ ਰਿਹਾ ਕਿ ਇਹ ਪਾਸਟ ਇਨਡੈਫਿਨਿਟ ਦਾ ਤੁਹਾਡੇ ਕੋਲੇ ਪੈਸਿਵ ਹੈ ਥਰਡ ਫਾਰਮ ਇੱਥੇ ਹੀ ਲੱਗਣੀ ਹੈ ਥਰਡ ਫਾਰਮ ਉੱਥੇ ਲੱਗਣੀ ਸੀ ਥਰਡ ਫਾਰਮ ਇੱਥੇ ਲੱਗਣੀ ਹੈ ਤਾਂ ਇਹ ਤੁਹਾਡਾ ਮੇਡ ਦਾ ਮੇਡ ਲੱਗਣਾ ਬਾਕੀ ਸੇਮ ਤੁਹਾਡਾ ਉਵੇਂ ਹੀ ਸੈਂਟੈਂਸ ਰਹਿ ਜਾਂਦਾ ਹੈ I made a cake a cake was made by me I make a cake a cake is made by me ਤੇ ਅੱਗੇ ਵੀ ਆ ਜਾਓ ਤੁਸੀਂ ਜਰਾ ਫਿਊਚਰ ਦੇ ਵਿੱਚ I ਦੇ ਨਾਲ ਲੱਗਿਆ ਹੋਇਆ will ਨਾਲ ਲੱਗੀ ਹੈ verb ਦੀ ਫਰਸਟ ਫਾਰਮ ਠੀਕ ਹੈ I will make a cake ਤੇ ਇੱਥੇ ਕੀ ਬਣਾਤਾ ਸੀ will ਦਾ ਜਿਹੜਾ ਇੱਧਰ ਹੈਲਪਿੰਗ ਵਰਬ ਬਣਾ ਦੇਣਾ ਉਹ will be ਹੋ ਜਾਣਾ ਵੇ ਨਾਲ verb ਦੀ ਥਰਡ ਫਾਰਮ ਇੱਥੇ ਵੀ ਤੁਹਾਡੀ verb ਦੀ ਥਰਡ ਫਾਰਮ ਹੀ ਲੱਗੀ ਹੋਈ ਹੈ ਬਾਕੀ ਸੈਂਟੈਂਸ ਹੋਵੇ ਹੀ a cake will be made by me ਇਹ ਹੋ ਗਿਆ ਤੁਹਾਡਾ ਫਿਊਚਰ ਇਨਡੈਫਿਨਿਟ ਮੈਂ ਇਸੇ ਗੱਲ ਕਰਕੇ ਤੁਹਾਨੂੰ ਇੱਥੇ ਕੰਪੇਅਰ ਕਰਕੇ ਦਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਬਹੁਤ ਜ਼ਿਆਦਾ ਰੂਲਸ ਨੇ ਤੇ ਸਾਨੂੰ ਸਮਝ ਨਹੀਂ ਆਣੇ ਐਸਾ ਕੁਝ ਨਹੀਂ ਹੈ ਬੇਸਿਕ ਗੱਲ ਤੁਹਾਨੂੰ ਸਮਝਾਤੀ ਬੇਸਿਕ ਤੋਂ ਅੱਗੇ ਹੁਣ ਸਾਰਾ ਕੁਝ ਉਵੇਂ ਦਾ ਉਵੇਂ ਹੀ ਚੱਲਣਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੰਟੀਨਿਊਅਸ ਟੈਂਸ ਦੀ ਦੇਖੋ ਇੱਥੇ ਸੀਗਾ I am making a cake ਤਾਂ ਅਸੀਂ ਇੱਧਰ ਬਣਾਤਾ is being ਠੀਕ ਹੈ ਨਾਲ ਲਗਾਤੀ verb ਦੀ ਥਰਡ ਫਾਰਮ ਤੇ ਜਦੋਂ ਅਸੀਂ ਪਾਸਟ ਦੇ ਵਿੱਚ ਚਲੇ ਗਏ ਪਾਸਟ ਕੰਟੀਨਿਊਅਸ ਤਾਂ ਉੱਥੇ ਲੱਗਿਆ I was making a cake ਸਾਰਾ ਕੁਝ ਉਵੇਂ ਹੀ ਕਰਨਾ ਬਸ ਇੱਥੇ was being ਲੱਗ ਗਿਆ ਇੱਥੇ ਤੁਹਾਡਾ is being ਲੱਗਿਆ ਸੀਗਾ ਦੇਖੋ is being ਲੱਗਿਆ ਇੱਥੇ was being ਲੱਗ ਗਿਆ
ਤੇ ਨਾਲ ਜਿਹੜੀ ਹੈ verb ਦੀ ਥਰਡ ਫਾਰਮ evergreen ਆਪਣੇ ਕੋਲ ਜਿਹੜੀ ਗੱਲ ਹੈਗੀ ਹੈ ਕਿ ਅਸੀਂ verb ਦੀ ਥਰਡ ਫਾਰਮ ਹੀ ਲਗਾਣੀ ਹੈ, ਅਸੀਂ ਹੋਰ ਕੁਝ ਨਹੀਂ ਲਗਾਣਾ ਇਹਦੇ ਵਿੱਚ। ਦੇਖੋ ਠੀਕ ਹੈ, ਸੇਮ ਤੁਸੀਂ ਹੁਣ ਜੇ ਤੁਸੀਂ ਲੱਭੋਗੇ ਕਿ ਫਿਊਚਰ ਕੰਟੀਨਿਊਅਸ ਕਿੱਥੇ ਹੈ ਤਾਂ ਲੈਟ ਮੀ ਟੈਲ ਯੂ ਫਿਊਚਰ ਕੰਟੀਨਿਊਅਸ ਦਾ ਪੈਸਿਵ ਨਹੀਂ ਬਣਦਾ। ਠੀਕ ਹੈ, ਤਾਂ ਸਾਡਾ ਕੰਮ ਇੱਥੇ ਹੋਰ ਘਟ ਗਿਆ ਸੀ, ਫਿਊਚਰ ਕੰਟੀਨਿਊਅਸ ਦਾ ਜਿਹੜਾ ਪੈਸਿਵ ਫਾਰਮ ਨਹੀਂ ਬਣਾਣੀ। ਸੋ ਇੰਨੇ ਕੁ ਨਾਲ ਆਪਣਾ ਕੰਮ ਚੱਲ ਗਿਆ। ਨੈਕਸਟ ਆਪਾਂ ਹੁਣ ਚੱਲੀਏ, ਬਸ ਆਪਾਂ ਹੁਣ ਇਹਨੂੰ ਵਾਈਂਡ ਅਪ ਕਰਨ ਵਾਲੇ ਆ ਗੱਲਾਂ ਨੂੰ। ਨੈਕਸਟ ਆਪਣਾ ਆ ਗਿਆ ਪ੍ਰੈਜ਼ੈਂਟ ਪਰਫੈਕਟ। ਠੀਕ ਹੈ, ਇੱਕ ਆ ਪ੍ਰੈਜ਼ੈਂਟ ਪਰਫੈਕਟ ਪਿਆ, ਪਾਸਟ ਪਰਫੈਕਟ ਪਿਆ, ਇੱਕ ਆਪਣੇ ਕੋਲ ਪਿਆ ਫਿਊਚਰ ਪਰਫੈਕਟ। ਹੁਣ ਆਪਾਂ ਤਿੰਨਾਂ ਨੂੰ ਇਕੱਠੇ ਦੇਖ ਲੈਣਾ। ਹੁਣ ਤੁਸੀਂ ਦੇਖੋ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਆਈ ਹੈਵ, ਆਈ ਦੇ ਨਾਲ ਹੈਵ ਲੱਗਦਾ, ਤੁਹਾਨੂੰ ਟੈਂਸ ਦੇ ਵਿੱਚ ਵੀ ਦੱਸਿਆ ਸੀ। ਨਾਲ ਲੱਗੀ ਹੋਈ verb ਦੀ ਥਰਡ ਫਾਰਮ ਆਈ ਹੈਵ ਮੇਡ ਅ ਕੇਕ, a cake has, क्योंकि केक सिंगुलर है इन्हें has लगाता, नाल लग गया been, नाल लग गया verb दी थर्ड फॉर्म made, a cake has been made by me। इत्थे इनदी गल खत्म होगी तुहाडे present perfect दी। ते कितना फर्क है तुहाडे past perfect दे विच? had, सिर्फ has ਤੇ have had ਇਹਨਾਂ ਦਾ ਫਰਕ ਹੁੰਦਾ ਵੇ। देखो had लग गया, ਆ ਤੁਹਾਡਾ ਹੈਡ ਲੱਗ ਗਿਆ, verb ਦੀ ਥਰਡ ਫਾਰਮ ਲੱਗੀ ਹੋਈ ਹੈ, ਤੇ ਜਦੋਂ ਅਸੀਂ ਇੱਧਰ ਬਣਾਇਆ ਅਸੀਂ ਉੱਥੇ ਹੈਡ ਬੀਨ ਲਗਾਤਾ। ਹੁਣ ਇੱਥੇ ਤਾਂ ਸਿੰਗੂਲਰ ਪਲੂਰਲ ਦਾ ਫਰਕ ਹੀ ਨਹੀਂ, ਹੈਡ ਹੀ ਲੱਗਦਾ ਹੁੰਦਾ ਹੈ, ਔਰ ਆ verb ਦੀ ਥਰਡ ਫਾਰਮ ਆ ਗਈ। ਠੀਕ ਹੈ ਜੀ, ਇਹ ਆਪਣਾ ਬਣ ਗਿਆ ਕੇਕ ਹੈਡ ਬੀਨ ਮੇਡ ਬਾਈ ਮੀ। ਤੇ ਆਪਾਂ ਹੁਣ ਨਾਲ ਦੀ ਨਾਲ ਫਿਊਚਰ ਵੀ ਦੇਖ ਲੈਂਦੇ ਆ। ਇਹਨੇ ਕਹਤਾ ਜੀ ਵਿਲ ਹੈਵ, ਜਿਵੇਂ ਆਪਾਂ ਨੂੰ ਸੈਂਟੈਂਸ ਦੀ ਫਾਰਮੇਸ਼ਨ ਪਤਾ ਹੀ ਹੈ ਕਿ ਵਿਲ ਲੱਗ ਕੇ ਨਾਲ ਹੈਵ ਹੀ ਲੱਗਦਾ, ਇਹਦੇ ਨਾਲ ਹੈਵ ਹੀ ਲੱਗਦਾ ਹੈ, ਵਿਲ ਹੈਵ ਮੇਡ। ਤਾਂ ਇਹ ਥਰਡ ਫਾਰਮ ਲੱਗੀ ਹੋਈ ਹੈ। ਇੱਥੇ ਆਪਾਂ ਕੀ ਕੀਤਾ, ਵਿਲ ਹੈਵ ਬੀਨ, ਉਹੀ ਗੱਲ ਬਸ ਨਾਲ ਚੱਕ ਕੇ ਆਪਾਂ ਕੀ ਐਡ ਕਰਤਾ ਹੈ, ਬੀਨ, verb ਦੀ ਥਰਡ ਫਾਰਮ is already there। ਤਾਂ ਇਹ ਤੁਹਾਡਾ ਟੌਪਿਕ ਹੋ ਗਿਆ। ਔਰ ਇਹ ਟੌਪਿਕ ਆਪਾਂ ਮੈਂ ਕਹਿ ਦਿੱਤਾ ਕਿ ਤੁਹਾਡਾ ਹੋ ਗਿਆ, ਔਰ ਤੁਹਾਡਾ ਹੋਣਾ ਕਦੋਂ ਹੈ, ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਇਸ ਵੀਡੀਓ ਨੂੰ। ਘੱਟੋ ਘੱਟ ਮੇਰੀ ਰਿਕੁਐਸਟ ਹੈ ਤੁਹਾਨੂੰ ਕਿ ਘੱਟ ਤੋਂ ਘੱਟ 2 ਜਾਂ 3 ਵਾਰੀ ਦੇਖਣਾ। ਜਿੱਥੇ ਪ੍ਰੋਬਲਮ ਆਉਂਦੀ ਹੈ ਰਿਵਾइंड कर लो। ठीक है, रिवाइंड करके दोबारा देख लो, क्योंकि ਲੈਕਚਰ ਫੋਰਐਵਰ ਤੁਹਾਡੇ ਕੋਲ ਹੋ ਗਿਆ। ਤਾਂ ਉਹਨੂੰ ਜਿੱਥੇ ਵੀ ਗੱਲ ਦੀ ਸਮਝ ਨਹੀਂ ਆ ਰਹੀ ਉਹਨੂੰ ਦੁਬਾਰਾ ਦੇਖ ਕੇ ਉਸ ਤੋਂ ਬਾਅਦ ਗ੍ਰਾਮਰ ਚੱਕ ਕੇ ਉਹਦੇ ਵਿੱਚੋਂ ਪ੍ਰੈਕਟਿਸ ਕਰੋ। ਪਹਿਲਾਂ ਜਿਹੜੀਆਂ ਤੁਹਾਡੀਆਂ ਸੋਲਵਡ ਐਕਸਰਸਾਈਜ਼ ਦਿੱਤੀਆਂ ਹੁੰਦੀਆਂ ਉਹਦੀ ਪ੍ਰੈਕਟਿਸ ਕਰੋ, ਉਸ ਤੋਂ ਬਾਅਦ ਤੁਸੀਂ ਅਨਸੋਲਵਡ ਦੇ ਵਿੱਚ ਚਲੇ ਜਾਓ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਜਦੋਂ ਵੀ ਤੁਹਾਨੂੰ ਟੀਚਰ ਦੀ ਹੈਲਪ ਚਾਹੀਦੀ ਹੁੰਦੀ ਹੈ, ਟੀਚਰ ਹਮੇਸ਼ਾ ਤੁਹਾਡੇ ਕੋਲ ਪ੍ਰੈਜ਼ੈਂਟ ਹੁੰਦਾ ਹੈ। ਜਦੋਂ ਮਰਜ਼ੀ ਜਿਸ ਤਰ੍ਹਾਂ ਦੀ ਮਰਜ਼ੀ ਕੁਐਰੀ ਹੈਗੀ ਹੈ ਤੁਸੀਂ ਪੁੱਛ ਸਕਦੇ ਹੋ। So thank you so much for listening to this lecture carefully। और अगर नहीं सुनिया carefully दोबारा स्टार्ट कर लो, दोबारा सुन लो। ये लेक्चर ਤੁਹਾਡੇ ਵਾਸਤੇ बहुत इंपॉर्टेंट है और मेन ਗੱਲ ਇਹ ਕਿ ਤੁਹਾਡੀ ਰਿਕੁਐਸਟ ਤੇ ही मैं ये बना रही है। So thank you so much, keep learning, do hard work please। हार्ड वर्क बहुत ज़्यादा ज़रूरी है और हमेशा हमेशा अपने आप ਨੂੰ एक स्टूडेंट समझो। I still think myself as a student and I'm a very good student। गुड स्टूडेंट बनो। ठीक है, तो कुछ भी दुनिया ਦੇ ਵਿੱਚ ਕੋਈ ਵੀ ਕਨਸੈਪਟ, ਕੋਈ ਵੀ ਪ੍ਰੋਬਲਮ, ਕੋਈ ਵੀ ਸਬਜੈਕਟ ਤੁਹਾਡੇ ਵਾਸਤੇ ਡਿਫਿਕਲਟ ਨਹੀਂ ਹੋਏਗਾ। ਬੀ ਅ ਗੁੱਡ ਲਰਨਰ। ਥੈਂਕ ਯੂ ਸੋ ਮਚ।